8:30 ਤੋਂ 10:30 ਕਰੈਕਟ ਜਿਹੜਾ 2 ਘੰਟੇ ਦਾ ਪ੍ਰੋਗਰਾਮ ਹੈ ਉਹ ਚੱਲਣਾ ਆ। ਉਹ ਪ੍ਰੋਗਰਾਮ ਅਸੀਂ ਸਤਿਕਾਰਯੋਗ ਸਾਥੀ ਜਿਹੜੇ ਵੱਖ-ਵੱਖ ਦੇਸ਼ਾਂ 'ਚ ਬੈਠੇ ਸਮਰਥਕ ਹੈ, ਇਹਨਾਂ ਨੇ ਪਲਾਨ ਕੀਤਾ ਔਰ ਅਸੀਂ ਇਹਨਾਂ ਦੇ ਨਾਲ ਡਿਸਕਸ ਇਹ ਕੀਤਾ ਸੀਗਾ ਕਿ ਸਾਹਿਬ ਕਾਸ਼ੀ ਰਾਮ ਜੀ ਇੱਕ ਅੰਦੋਲਨ ਚਲਾਇਆ ਕਰਦੇ ਸੀ, ਮਹਾਂਪੁਰਸ਼ਾਂ ਦੇ ਨਾਮ ਤੇ ਅੰਦੋਲਨ। ਜਦੋਂ ਵੀ ਕੋਈ ਦਿਨ ਦੇ ਹਿਸਾਬ ਆਉਂਦਾ ਸੀ ਤਾਂ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਉਸ ਅੰਦੋਲਨ ਨੂੰ ਅਸੀਂ ਕਿਤੇ ਭੁੱਲ ਨਾ ਜਾਈਏ, ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਇਸ ਨਜ਼ਰੀਏ ਦੇ ਵਿੱਚ ਉਹ ਜਿਹੜਾ ਪ੍ਰੋਗਰਾਮ ਹੈ ਉਹ ਚਲਾਉਂਦੇ ਹੁੰਦੇ ਸੀ। ਉਹਦੇ ਤਹਿਤ ਜਦੋਂ ਸਤਿਗੁਰੂ ਕਬੀਰ ਦਾ ਜਨਮ ਦਿਨ ਆਉਣਾ, ਗੁਰਪੁਰਬ ਆਉਣਾ, ਤਾਂ ਉਹਨਾਂ ਨੇ ਜਿੱਥੇ ਕਬੀਰ ਭਾਈਚਾਰੇ ਨੂੰ ਮੰਨਣ ਵਾਲੇ ਵੱਧ ਲੋਕ ਰਹਿੰਦੇ ਆ ਤਾਂ ਉਹਨਾਂ ਨੇ ਕਬੀਰ ਸਾਹਿਬ ਦਾ ਗੁਰਪੁਰਬ ਮਨਾਉਣਾ। ਜੇ ਕਿਤੇ ਸਤਿਗੁਰੂ ਸੈਣ ਜੀ ਨੂੰ ਮੰਨਣ ਵਾਲੇ ਜਿੱਥੇ ਕਿਤੇ ਲੋਕ ਰਹਿੰਦੇ ਆ ਤਾਂ ਸਾਹਿਬ ਕਾਸ਼ੀ ਰਾਮ ਜੀ ਉਹਨਾਂ ਇਲਾਕਿਆਂ 'ਚ ਜਾ ਕੇ ਸਤਿਗੁਰੂ ਸੈਣ ਜੀ ਦਾ ਗੁਰਪੁਰਬ ਮਨਾਉਂਦੇ ਸੀ ਜਾਂ ਸਤਿਗੁਰੂ ਨਾਮਦੇਵ ਜੀ ਦਾ ਮਨਾਉਂਦੇ ਸੀ। ਇੱਦਾਂ ਵੱਖ-ਵੱਖ ਮਹਾਂਪੁਰਸ਼ਾਂ ਦੇ ਜਿੱਥੇ ਵੀ ਮਹਾਂਪੁਰਸ਼ਾਂ ਨੂੰ ਮੰਨਣ ਵਾਲੇ ਲੋਕਾਂ ਦੀ ਆਬਾਦੀ ਹੁੰਦੀ ਸੀ, ਉਸ ਜਗ੍ਹਾ 'ਚ ਜਾ ਕੇ ਉਹ ਪ੍ਰੋਗਰਾਮ ਸਾਹਿਬ ਕਾਸ਼ੀ ਰਾਮ ਜੀ ਨੀਲੇ ਝੰਡੇ ਦੇ ਥੱਲੇ ਕਰਦੇ ਹੁੰਦੇ ਸੀ। ਔਰ ਉਹ ਅੰਦੋਲਨ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਦੇ ਜਿਹੜਾ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਚਲਾਇਆ ਸੀ। ਮੈਨੂੰ ਇਹ ਯਾਦ ਹੈ ਕਿ 1997 ਦੇ ਇਲੈਕਸ਼ਨ ਦੇ ਵਿੱਚ, ਹਾਲਾਂਕਿ ਸਾਡੀ ਉਮਰ ਉਦੋਂ 16 ਸਾਲ ਦੀ ਸੀ, ਉਹਨਾਂ ਨੇ 1997 ਦੇ ਵਿੱਚ ਲੁਧਿਆਣੇ ਦੀ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਸਾਹਿਬ ਇਹ ਕਹਿੰਦੇ ਸੀ ਕਿ ਮੈਨੂੰ ਇੱਦਾਂ ਲੱਗਦਾ ਸੀ ਕਿ ਜਿਹੜੇ ਸਾਡੇ ਸਾਥੀਆਂ ਦੀ ਜ਼ਿੰਮੇਵਾਰੀ ਲੱਗੀ ਆ, ਜਿਨ੍ਹਾਂ ਦੇ ਕੋਲ ਬਹੁਤ ਵੱਡੀ ਪਾਵਰ ਵੀ ਆਈ ਸੀ ਕਿ ਉਹ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਆ ਬਹੁਜਨ ਸਮਾਜ ਨੂੰ ਬਣਾਉਣ ਦਾ ਚਲਾਉਣਗੇ, ਲੇਕਿਨ ਉਹ ਚੱਲ ਨਹੀਂ ਪਾਇਆ। ਸਾਹਿਬ ਕਹਿੰਦੇ ਸੀ ਉਹ ਤਾਂ ਪੱਕਾ ਪ੍ਰੋਗਰਾਮ ਹੋ ਜਾਣਾ ਚਾਹੀਦਾ ਸੀ, ਲੇਕਿਨ ਸਾਹਿਬ ਕਹਿੰਦੇ ਸੀ ਜੇ ਅੱਜ ਮੇਰੇ ਕੋਲ 2.5 ਮਹੀਨੇ 1997 ਦੀਆਂ ਚੋਣਾਂ ਲੜਨ ਦੇ ਬਚੇ ਆ, ਜੇ ਉਹ ਪੱਕਾ ਨਹੀਂ ਹੋ ਸਕਦਾ ਭਾਈਚਾਰਾ ਬਣਾਉਣ ਦਾ, ਉਹ ਕੱਚਾ ਪਿੱਲਾ ਹੀ ਹੋ ਜਾਏ। ਔਰ ਜਦੋਂ ਸਾਹਿਬ ਕਾਸ਼ੀ ਰਾਮ ਜੀ 2001 ਦੇ ਵਿੱਚ, ਔਰ ਉਹਨਾਂ ਦਿਨਾਂ 'ਚ ਸਾਹਿਬ ਕਾਸ਼ੀ ਰਾਮ ਜੀ ਨੇ 13 ਦਿਨਾਂ ਦੇ ਵਿੱਚ 117 ਪ੍ਰੋਗਰਾਮ ਕੀਤੇ ਸੀ ਔਰ ਫਿਰ 16 ਪ੍ਰੋਗਰਾਮ ਉਹਨਾਂ ਨੇ ਵੱਖ-ਵੱਖ ਮਹਾਂਪੁਰਸ਼ਾਂ ਦੇ ਨਾਮ ਤੇ ਦਿਨ ਦੇ ਐਸੇ ਦਿਹਾੜੇ ਮਨਾ ਕੇ ਵੀ ਕੀਤੇ ਸੀ। ਉਹਨਾਂ ਨੂੰ ਵੱਖ-ਵੱਖ ਭਾਈਚਾਰਿਆਂ ਦੇ ਸੰਮੇਲਨ ਦਾ ਨਾਮ ਵੀ ਦਿੱਤਾ ਸੀ। ਸਤਿਕਾਰਯੋਗ ਸਾਥੀਓ, ਜਦੋਂ ਬਹੁਜਨ ਕਨਸੈਪਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਬਹੁਜਨ ਸਮਾਜ ਦੇ ਕਨਸੈਪਟ ਦੇ ਵਿੱਚ ਸ਼ਡਿਊਲ ਕਾਸਟ ਭਾਈਚਾਰਾ ਆਉਂਦਾ। ਸਾਹਿਬ ਕਾਸ਼ੀ ਰਾਮ ਜੀ ਕਿਹਾ ਕਹਿੰਦੇ ਸੀ ਸਭ ਤੋਂ ਜ਼ਿਆਦਾ ਲਤਾੜਿਆ ਔਰ ਪਛਾੜਿਆ ਜਿਹੜਾ ਸਮਾਜ ਹੈ ਸ਼ਡਿਊਲ ਕਾਸਟ ਔਰ ਸ਼ਡਿਊਲ ਟ੍ਰਾਈਬ ਹੈ, ਇਹ ਸਮਾਜ ਆਉਂਦਾ। ਦੂਸਰੇ ਨੰਬਰ ਤੇ ਉਹਨਾਂ ਤੋਂ ਘੱਟ ਜਿਹੜਾ ਲਤਾੜਿਆ ਔਰ ਪਛਾੜਿਆ ਗਿਆ ਭਾਰਤ ਦੇ ਵਿੱਚ ਉਹ OBC ਸਮਾਜ ਆਉਂਦਾ, ਪਛੜਾ ਵਰਗ ਆਉਂਦਾ। ਤੀਸਰੇ ਨੰਬਰ ਦੇ ਉੱਤੇ ਜਿਹੜਾ ਮਾਈਨੋਰਟੀ ਕਮਿਊਨਿਟੀਜ਼ ਹੈ, ਸਿੱਖ ਹੈ, ਮੁਸਲਮਾਨ ਹੈ, ਕ੍ਰਿਸਚਨਟੀ ਹੈ, ਬੁੱਧਿਸਟ ਹੈ, ਇਹ ਜਿਹੜੇ ਵੱਖ-ਵੱਖ ਧਾਰਮਿਕ ਘੱਟ ਗਿਣਤੀਆਂ, ਇਹਨਾਂ ਨੂੰ ਵੀ ਦੇਸ਼ ਵਿੱਚ ਦਬਾਇਆ ਜਾਂਦਾ। ਇਹਨਾਂ ਤਿੰਨਾਂ ਨੂੰ ਮਿਲਾ ਕੇ SC ST OBC ਔਰ ਮਾਈਨੋਰਟੀ ਕਮਿਊਨਿਟੀ ਬਹੁਜਨ ਸਮਾਜ ਬਣਦਾ। ਸਾਥੀਓ, ਖੁਸ਼ੀ ਦੀ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਤੇ ਜਿਹੜਾ ਬਹੁਜਨ ਸਮਾਜ ਹੈ, ਜੇ ਆਪਾਂ ਇਹਦੀ ਡੈਮੋਗ੍ਰਾਫੀ ਦੇਖੀ ਜਾਵੇ, ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 35% ਦੇ ਲਗਭਗ ਸ਼ਡਿਊਲ ਕਾਸਟ ਹੈ ਔਰ 30% ਦੇ ਲਗਭਗ ਜਿਹੜਾ OBC ਬੈਕਵਰਡ ਭਾਈਚਾਰਾ ਆ, ਦੋਏ ਮਿਲਾ ਕੇ 65% ਹੋ ਜਾਂਦਾ। ਸ਼ਡਿਊਲ ਟ੍ਰਾਈਬ ਨਹੀਂ ਹੈ। 2% ਦੇ ਲਗਭਗ ਮੁਸਲਮਾਨ ਹੈ, 1.25% ਦੇ ਲਗਭਗ ਕ੍ਰਿਸਚੀਅਨ ਹੈ ਔਰ ਬੁੱਧਿਜ਼ਮ ਜਿਹੜਾ ਹੈਗਾ ਉਹ 0.10%। ਲੇਕਿਨ ਜਿਹੜਾ ਸਿੱਖ ਭਾਈਚਾਰਾ ਆ ਉਹ ਪੰਜਾਬ ਦੇ ਵਿੱਚ 58-60% ਹੈ। ਸਿੱਖ ਭਾਈਚਾਰਾ ਜਿਹੜਾ ਪੰਜਾਬ ਦੇ ਵਿੱਚ ਹੈ ਉਹ ਕਿੰਨਾ ਆ? ਪੂਰੇ ਦੇਸ਼ ਦਾ ਸਭ ਤੋਂ ਜ਼ਿਆਦਾ, ਪੂਰੇ ਸੰਸਾਰ ਦਾ ਸਭ ਤੋਂ ਜ਼ਿਆਦਾ। ਜੇ ਕਿਸੇ ਸਟੇਟ 'ਚ ਹੈ ਤਾਂ ਉਹ ਪੰਜਾਬ ਵਿੱਚ ਹੈ। ਉਹਦੀ ਜਿਹੜੀ ਪਾਪੂਲੇਸ਼ਨ ਹੈ ਉਹ 60% ਦੇ ਕਰੀਬ ਹੈ, ਜਿਹੜੀ 2011 ਦੀ ਮਰਦਮਸ਼ੁਮਾਰੀ। ਔਰ ਮਾਨਯਵਰ ਸਾਹਿਬ ਕਾਸ਼ੀ ਰਾਮ ਨੇ ਜਦੋਂ ਬਹੁਜਨ ਕਨਸੈਪਟ ਦਿੱਤਾ ਸੀ, ਉਸ ਬਹੁਜਨ ਕਨਸੈਪਟ ਨੂੰ ਜ਼ਮੀਨੀ ਹਕੀਕਤ ਬਣਾਉਣ ਦੇ ਲਈ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਨੇ 85 ਤੋਂ ਲੈ ਕੇ 99-90 ਤੱਕ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸਾਈਕਲ ਯਾਤਰਾਵਾਂ ਸ਼ੁਰੂ ਕੀਤੀਆਂ ਸੀ। ਉਹਨਾਂ ਸਾਈਕਲ ਯਾਤਰਾਵਾਂ ਦੇ ਅਲੱਗ-ਅਲੱਗ ਬੈਨਰ ਹੁੰਦੇ ਸੀ। ਭਾਰਤ ਦੇ 5 ਕੋਨਿਆਂ ਤੋਂ ਸਾਈਕਲ ਯਾਤਰਾ ਦਿੱਲੀ ਆਉਣ ਲਈ ਸ਼ੁਰੂ ਕੀਤੀ ਗਈ। ਉਹਨਾਂ ਚੋਂ ਇੱਕ ਯਾਤਰਾ ਸੀਗੀ ਜਿਹਦਾ ਬੈਨਰ ਸੀ ਸਿੱਖ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ ਸੁਰੱਖਿਅਤ। ਉਹਨਾਂ ਦੇ ਵਿੱਚੋਂ ਇੱਕ ਯਾਤਰਾ ਸਾਈਕਲ ਯਾਤਰਾ ਸੀ ਜਿਹਦੇ 'ਚ ਆਪਾਂ ਕਹਿੰਦੇ ਹੁੰਦੇ ਕਿ ਸਾਹਿਬ ਨੇ ਹਜ਼ਾਰਾਂ ਕਿਲੋਮੀਟਰ ਸਾਈਕਲ ਚਲਾਇਆ। ਉਹਨਾਂ ਦੇ ਸਾਈਕਲ ਦਾ ਇੱਕ ਚੱਕਰ ਸਾਹਿਬ ਕਾਸ਼ੀ ਰਾਮ ਜੀ ਦੇ ਸਾਈਕਲ ਦਾ ਇੱਕ ਚੱਕਰ ਸਿੱਖ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ ਸੁਰੱਖਿਅਤ, ਇਸ ਇਸ਼ੂ ਦੇ ਉੱਤੇ ਵੀ ਉਹ ਚੱਕਰ 85-86 ਇਹਨਾਂ ਸਾਲਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਦਿੱਲੀ ਦੀ ਹਿੱਕ ਤੇ ਉਹ ਸਾਈਕਲ ਘੁੰਮਿਆ ਸੀ। ਸਤਿਕਾਰਯੋਗ ਸਾਥੀਓ, 1984 ਦੇ ਵਿੱਚ
ਅਸੀਂ ਦੇਖਿਆ ਕਿ ਕਾਂਗਰਸ ਸਰਕਾਰ ਨੇ ਬਹੁਤ ਵੱਡਾ ਜਿਹੜਾ ਘਾਣ ਹੈ ਪੰਜਾਬ ਦੀ ਧਰਤੀ ਤੇ ਸਿੱਖੀ ਦੇ ਤਖਤ, ਸ਼੍ਰੋਮਣੀ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਕੇ ਔਰ ਸਿੱਖ ਘੱਟ ਗਿਣਤੀ ਸਮਾਜ ਦੇ ਉੱਤੇ ਵੱਡੇ ਤੋਪਾਂ, ਬੰਬ, ਗੋਲਿਆਂ ਦੇ ਨਾਲ ਉਹ ਜ਼ੁਲਮ ਕਮਾਇਆ ਸੀ। ਸਾਥੀਓ, ਇਹ ਕਾਂਗਰਸ ਦਾ ਰਾਜ ਸੀ ਔਰ ਭਾਰਤੀ ਜਨਤਾ ਪਾਰਟੀ ਨੇ ਉਸ ਵੇਲੇ ਭਾਰਤੀ ਜਨਤਾ ਪਾਰਟੀ ਨੇ ਦਬਾਅ ਬਣਾਇਆ ਸੀ। ਅਟਲ ਬਿਹਾਰੀ ਵਾਜਪਾਈ ਔਰ ਅਡਵਾਨੀ, ਇਹਨਾਂ ਨੇ ਦਿੱਲੀ ਦੇ ਵਿੱਚ ਵੱਡੀਆਂ ਯਾਤਰਾਵਾਂ ਕੱਢੀਆਂ ਸੀ ਕਿ ਇੰਦਰਾ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਜੀ, ਹਰਿਮੰਦਰ ਸਾਹਿਬ ਫੌਜ ਭੇਜੋ। ਔਰ ਇਹਨਾਂ ਭਾਰਤੀ ਜਨਤਾ ਪਾਰਟੀ ਦੇ ਦਬਾਅ ਵਿੱਚ ਆ ਕੇ ਇਹਨਾਂ ਦੀ ਮਿਲੀ ਜੁਲੀ ਸਾਜ਼ਿਸ਼ ਦੇ ਨਾਲ ਹਰਿਮੰਦਰ ਸਾਹਿਬ, ਅਕਾਲ ਤਖਤ, ਇਹਨਾਂ ਸਥਾਨਾਂ ਦੀ ਬੇਅਦਬੀ 1984 ਚ ਹੋਈ। ਪਰ ਸਤਿਕਾਰਯੋਗ ਸਾਥੀਓ, 1984 ਦੀ ਬੇਅਦਬੀ ਦਾ ਬਦਲਾ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਨੇ 1984 ਦੀ ਬੇਅਦਬੀ ਦਾ ਬਦਲਾ ਕਾਂਗਰਸ ਨੂੰ 1999 ਦੇ ਵਿੱਚ ਢਾਹ ਕੇ ਲਿਆ। 1984 ਦਾ ਕਾਂਡ ਦੇਸ਼ ਵਿੱਚ ਹੋਇਆ, ਸਿੱਖ ਭਾਈਚਾਰੇ ਤੇ ਕਾਂਗਰਸ ਨੇ ਜ਼ੁਲਮ ਤਸ਼ੱਦਦ ਕੀਤਾ। ਉਦੋਂ ਬਹੁਜਨ ਸਮਾਜ ਪਾਰਟੀ ਬਣੀ ਨੂੰ ਮਾਤਰ 1.5-2 ਮਹੀਨੇ ਹੋਏ ਸੀ। 14 ਅਪ੍ਰੈਲ 1984, 3 ਜੂਨ 1984, ਮਾਤਰ ਡੇਢ ਮਹੀਨਾ ਹੋਇਆ ਸੀ। ਲੇਕਿਨ ਜਦੋਂ 5 ਸਾਲ ਹੋਏ ਪੂਰੇ, 89 ਦੇਸ਼ ਦੇ ਵਿੱਚ ਜਦੋਂ ਬਹੁਤ ਵੱਡੀਆਂ ਇਲੈਕਸ਼ਨ ਆਏ, ਚੋਣਾਂ ਆਈਆਂ, ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ ਸਾਰੀਆਂ ਸਿੱਖ ਜਥੇਬੰਦੀਆਂ ਕੋਲ ਗਏ, ਵੱਖ-ਵੱਖ ਸਿੱਖ ਜਥੇਬੰਦੀਆਂ, ਸਿੱਖ ਪੋਲੀਟੀਕਲ ਪਾਰਟੀਆਂ ਕੋਲ ਸਾਹਿਬ ਕਾਂਸ਼ੀ ਰਾਮ ਜੀ ਨੇ ਜਾ ਕੇ ਕਿਹਾ ਕਿ ਸਾਨੂੰ ਕਾਂਗਰਸ ਨੂੰ ਪੰਜਾਬ ਦੀ ਧਰਤੀ ਤੋਂ ਹਰਾ ਕੇ ਜਿਹੜਾ ਬੇਅਦਬੀ ਗੁਰੂ ਘਰ ਦੀ ਹੋਈ ਆ, ਉਹਨਾਂ ਗੁਰੂ ਘਰ ਦੀ ਬੇਅਦਬੀ ਦਾ ਬਦਲਾ ਔਰ ਜਿਹੜਾ ਸਿੱਖੀ ਨੌਜਵਾਨਾਂ ਦਾ ਘਾਣ ਹੋਇਆ ਉਹਦਾ ਬਦਲਾ ਕਾਂਗਰਸ ਤੋਂ ਲੋਕਤੰਤਰੀ ਤਰੀਕੇ ਨਾਲ ਲੈਣਾ ਚਾਹੀਦਾ। ਸਤਿਕਾਰਯੋਗ ਸਾਥੀਓ, ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਔਰ ਉਸ ਵੇਲੇ ਸਿੱਖ ਧਿਰਾਂ ਜਿਹੜੀਆਂ ਬਾਬਾ ਜੋਗਿੰਦਰ ਸਿੰਘ ਜੀ ਭਿੰਡਰਾਂ ਵਾਲੇ, ਜਿਹੜੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸਤਿਕਾਰਯੋਗ ਪਿਤਾ ਜੀ ਸੀਗੇ, ਉਹਨਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਇਸ ਗੱਠਜੋੜ ਦੇ ਖਿਲਾਫ ਖੜਾ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਤਾਂ ਉਸ ਵੇਲੇ 13 ਦੀਆਂ 13 ਸੀਟਾਂ ਦੇ ਉੱਤੇ MLA ਖੜੇ ਕਰਕੇ ਜ਼ਮਾਨਤਾਂ ਜ਼ਬਤ ਕਰਾਈਆਂ ਸੀ। ਲੇਕਿਨ ਜਿਹੜਾ ਗੱਠਜੋੜ ਮਾਨਯੋਗ ਸਾਹਿਬ ਕਾਸ਼ੀ ਰਾਮ ਜੀ ਨੇ ਸਿੱਖ ਧਿਰਾਂ ਦੇ ਨਾਲ ਕੀਤਾ, ਉਹਦੇ ਨਾਲ ਕਾਂਗਰਸ ਨੂੰ ਪੰਜਾਬ ਦੀ ਧਰਤੀ ਤੋਂ ਬੁਰੀ ਤਰ੍ਹਾਂ ਹਰਾਇਆ। ਕਾਂਗਰਸ 13 ਮੈਂਬਰ ਪਾਰਲੀਮੈਂਟਾਂ ਚੋਂ ਸਿਰਫ 2 ਸੀਟਾਂ ਜਿੱਤ ਸਕੀ। ਇੱਕ ਸੀਟ ਹੁਸ਼ਿਆਰਪੁਰ ਦੀ ਸ਼੍ਰੀ ਕਮਲ ਚੌਧਰੀ ਜਿੱਤੇ ਸੀ, ਦੂਸਰੀ ਗੁਰਦਾਸਪੁਰ ਦੀ ਸ਼੍ਰੀਮਤੀ ਸੁਖਵੰਤ ਕੌਰ ਭਿੰਡਰ। ਸਤਿਕਾਰਯੋਗ ਸਾਥੀਓ, ਉਹ ਜਿਹੜਾ ਸਿੱਖ ਭਾਈਚਾਰਾ, ਦਲਿਤ ਔਰ ਸਿੱਖ ਦਾ ਗੱਠਜੋੜ ਬਣਾ ਕੇ ਪੰਜਾਬ 'ਚ ਬਹੁਜਨ ਬਣਾਉਣ ਦੀ ਜਿਹੜੀ ਸ਼ੁਰੂਆਤ ਸੀ, ਉਹ ਸਾਹਿਬ ਕਾਸ਼ੀ ਰਾਮ ਜੀ ਨੇ ਸ਼ਡਿਊਲ ਕਾਸਟ ਨੂੰ ਔਰ ਸਿੱਖ ਘੱਟ ਗਿਣਤੀ ਨੂੰ ਜਿਹੜਾ ਜੋੜ ਕੇ ਆਪਸ ਦੇ ਵਿੱਚ ਇੱਕ ਗੱਠਜੋੜ ਬਣਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਸੀ, ਉਹ 1991 ਦੇ ਜਿਹੜਾ ਬਾਈਕਾਟ ਹੋਇਆ ਉਹ ਟੁੱਟ ਗਈ। 1991 ਦਾ ਜਿਹੜਾ ਬਾਈਕਾਟ ਪੰਜਾਬ ਦੀਆਂ ਵੋਟਾਂ ਦਾ ਹੋਇਆ, ਉਹ ਜਿਹੜੀ ਲੜੀ ਸੀ ਸਾਹਿਬ ਕਾਸ਼ੀ ਰਾਮ ਜੀ ਨੇ ਬਣਾਈ ਸੀ, ਉਹ ਟੁੱਟ ਗਈ। ਸਾਹਿਬ ਕਾਸ਼ੀ ਰਾਮ ਜੀ ਨੇ ਪੰਜਾਬ ਦੇ ਵਿੱਚ ਹਮੇਸ਼ਾ ਨਾਨ ਕਾਂਗਰਸ, ਨਾਨ BJP ਸਿੱਖ ਧਿਰਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਫੋਲਡ ਵਿੱਚ ਲੈ ਕੇ ਪੰਜਾਬ ਦੀ ਧਰਤੀ ਤੇ ਨਾਨ ਕਾਂਗਰਸ, ਨਾਨ BJP ਸਰਕਾਰ ਬਣਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ। ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਨੇ ਪੂਰਾ ਜੀਵਨ ਪੰਜਾਬ ਦੀ ਧਰਤੀ ਤੇ ਗੈਰ ਕਾਂਗਰਸੀ, ਗੈਰ ਭਾਜਪਾਈ ਜਿਹੜੀਆਂ ਸਿੱਖ ਧਿਰਾਂ ਨੇ ਉਹਨਾਂ ਨੂੰ ਨਾਲ ਲੈ ਕੇ ਪਾਰਟੀ ਬਣਾਉਣ, ਇੱਕ ਅਲੱਗ ਧਿਰ ਬਣਾਉਣ ਦੀ, ਤੀਜਾ ਧਿਰ ਬਣਾਉਣ ਦੀ ਪੰਜਾਬ ਦੀ ਧਰਤੀ ਤੇ ਕੋਸ਼ਿਸ਼ ਕੀਤੀ। ਇਸੇ ਲੜੀ ਦੇ ਵਿੱਚ ਜਦੋਂ 1991-92 ਚ ਪੰਜਾਬ ਦੀ ਧਰਤੀ ਤੇ ਬੇਅੰਤ ਸਿੰਘ ਦੀ ਸਰਕਾਰ ਬਣੀ ਔਰ KPS ਗਿੱਲ ਦੀ ਬੁਰਸ਼ਾਗਰਦੀ ਹੋਈ, ਤਾਂ ਸਾਹਿਬ ਕਾਸ਼ੀ ਰਾਮ ਜੀ ਨੇ ਉਸ ਵੇਲੇ ਜਿਹੜੀ ਸਿੱਖ ਧਿਰ ਸੀ ਮੌਜੂਦਾ, ਉਸ ਵੇਲੇ ਟੁੱਟੀ ਭੱਜੀ ਜਿਹੀ ਸਿੱਖ ਧਿਰ ਜਿਹੜੀ ਖਿਲਰੀ ਪਈ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤਹਿਤ, ਉਹਦੇ ਨਾਲ ਉਹ ਗੱਠਜੋੜ ਕੀਤਾ ਔਰ ਕਾਂਗਰਸ ਨੂੰ ਫਿਰ ਹਰਾਇਆ। ਸਤਿਕਾਰਯੋਗ ਸਾਥੀਓ, 1999 ਦੀਆਂ ਵੋਟਾਂ ਪਈਆਂ, ਸ਼੍ਰੋਮਣੀ ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਵਾਜਪਾਈ ਦੇ ਚਰਨੀ ਜਾ ਲੱਗਿਆ, ਗੰਗੂ ਦੇ ਚਰਨੀ ਜਾ ਲੱਗਿਆ ਔਰ ਉਸ ਤੋਂ ਬਾਅਦ ਜਿਹੜੇ ਹਾਲਾਤ ਸੀ ਜਿਹੜੇ ਪੰਜਾਬ ਦੇ, ਉਹ 1999 ਚ ਨਵੇਂ ਸਿਰਿਓਂ ਬਦਲੇ, ਜਦੋਂ ਗੁਰਚਰਨ ਸਿੰਘ ਟੌੜਾ SGPC ਦੇ ਜਿਹੜੇ ਉਸ ਵੇਲੇ ਦੇ ਪ੍ਰਧਾਨ ਸੀ, ਉਹਨਾਂ ਦੇ ਨਾਲ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਇੱਕ ਅਲੱਗ ਸਿੱਖ ਧਿਰ ਦੇ ਨਾਲ, ਜਿਹੜੀ ਸਿੱਖ ਧਿਰ ਗੈਰ ਕਾਂਗਰਸੀ, ਗੈਰ ਭਾਜਪਾਈ ਹੋਈ। 2001 ਦੇ ਵਿੱਚ ਸਾਹਿਬ ਕਾਂਸ਼ੀ ਰਾਮ ਜੀ 13 ਮਹੀਨੇ ਰਹੇ। ਉਦੋਂ ਰਵੀ ਇੰਦਰ ਸਿੰਘ, ਮਾਨਯੋਗ ਸ਼੍ਰੀ ਹਰਮੇਸ਼ ਲਾਲ ਜੀ ਸੀਨੀਅਰ ਆਗੂ
ਭਾਰਤ ਸਰਵੇਸ਼ ਲਾਲ ਜੀ ਸ਼੍ਰੀ ਭਾਰ ਸਿੰਘ ਪੁਰੀ ਸਾਹਿਬ ਸਾਡੇ ਵਿੱਚ ਹਾਜ਼ਰ ਨੇ। ਇਹ ਜਾਣਦੇ ਹੋ ਜ਼ਮਾਨਾ ਕਿ ਉਸ ਸਮੇਂ ਫਿਰ ਕੋਸ਼ਿਸ਼ ਕੀਤੀ ਸਾਹਿਬ ਕਾਸ਼ੀ ਰਾਮ ਜੀ ਨੇ। ਹੁਣ ਸਵਾਲ ਪੈਦਾ ਹੁੰਦਾ ਆ ਕਿ ਸਾਹਿਬ ਕਾਸ਼ੀ ਰਾਮ ਜੀ ਨੇ ਬਾਰ-ਬਾਰ ਇਹ ਕੋਸ਼ਿਸ਼ਾਂ ਕਰਨ ਦਾ ਇਤਿਹਾਸ ਕਿਉਂ ਰਿਹਾ? ਪੰਜਾਬ ਦੇ ਵਿੱਚ ਸਾਰੀਆਂ ਸਿੱਖ ਧਿਰਾਂ ਨੂੰ ਨਾਲ ਲੈ ਕੇ ਬਹੁਜਨ ਬਣਾਉਣ ਦੀ ਸਾਹਿਬ ਕਾਸ਼ੀ ਰਾਮ ਜੀ ਨੇ ਬਾਰ-ਬਾਰ ਕੋਸ਼ਿਸ਼ ਕਿਉਂ ਕੀਤੀ? ਇੱਥੋਂ ਤੱਕ ਵੀ ਸੁਣਿਆ ਜਾਂਦਾ ਕਿ ਸਾਹਿਬ ਕਾਸ਼ੀ ਰਾਮ ਜੀ ਨੂੰ ਇੱਕ ਵਾਰ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੀ ਪਾਰਟੀ ਆ, ਐਡੀ ਵੱਡੀ ਪਾਰਟੀ ਹੋ ਗਈ ਆ, ਤੁਹਾਡਾ ਚੋਣ ਮੈਨੀਫੈਸਟੋ ਕਿਆ ਆ? ਤੇ ਸਾਹਿਬ ਕਾਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ, ਮੇਰਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਵੀ ਆਪਾਂ ਸੁਣੀ ਆ। ਉਹਦੇ ਪਿੱਛੇ ਕਿਹੜਾ ਇਹੋ ਜਿਹਾ ਘਟਨਾਕ੍ਰਮ ਹੈ ਜਿੱਥੇ ਸਾਹਿਬ ਕਾਸ਼ੀ ਰਾਮ ਜੀ ਬਾਰ-ਬਾਰ ਇਸ ਪੁਆਇੰਟ ਦੇ ਉੱਤੇ ਬਾਰ-ਬਾਰ ਉਹਨਾਂ ਨੇ ਟਰਾਈ ਕੀਤੀ ਔਰ ਆਖਰਲੇ ਸਾਹ ਤੱਕ ਉਹ ਟਰਾਈ ਕਰਦੇ ਰਹੇ। ਤਾਂ ਜਦੋਂ ਅਸੀਂ ਸਾਹਿਬ ਕਾਸ਼ੀ ਰਾਮ ਜੀ ਦਾ ਅੰਦੋਲਨ ਪੜ੍ਹਦੇ ਆ, ਸੁਣਦੇ ਆ, ਵਿਚਾਰਦੇ ਆ, ਤੁਸੀਂ ਜਾਣਦੇ ਹੋ ਸਤਿਕਾਰਯੋਗ ਸਾਥੀਓ, ਇੱਕ ਜ਼ਮਾਨਾ ਸੀ 1980 ਦਾ, 75 ਦਾ, 70 ਦਾ, ਜਦੋਂ ਅਸੀਂ ਬਚਪਨ ਚ ਹੁੰਦੇ ਸੀ। ਸਾਡੇ ਬਾਪ ਦਾਦੇ ਬੇਦੀ ਵਿਆਹਾਂ ਦੇ ਨਾਲ ਘਰ 'ਚ ਜਿਹੜੀਆਂ ਰਸਮਾਂ ਹੁੰਦੀਆਂ ਸੀ, ਪਾਂਧੇ ਦੀਆਂ ਰਸਮਾਂ ਦੇ ਨਾਲ ਰਿਵਾਜ ਚੱਲਦਾ ਸੀ। ਪਰ ਜਦੋਂ ਸਾਹਿਬ ਕਾਸ਼ੀ ਰਾਮ ਜੀ ਨੇ ਅੰਦੋਲਨ ਸ਼ੁਰੂ ਕੀਤਾ, ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਸਾਡੇ ਘਰ ਘਰ ਪੁੱਜੇ। ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਦੀ ਫੂਲੇ ਸ਼ਾਹੂ ਅੰਬੇਡਕਰੀ ਵਿਚਾਰਧਾਰਾ, 2 ਪਗੜੀ ਵਾਲੇ ਬਾਬੇ ਔਰ 1 ਟਾਈ ਵਾਲਾ ਬਾਬਾ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਜਦੋਂ ਸਾਡੇ ਵਿੱਚ ਘਰ ਘਰ ਜਨ ਜਨ ਤੱਕ ਲੈ ਕੇ ਪਹੁੰਚੇ, ਤਾਂ ਸਾਡੀਆਂ ਜਿਹੜੀਆਂ ਪੰਜਾਬ ਵਾਲਿਆਂ ਦੀਆਂ ਜ਼ਿਆਦਾਤਰ ਰਸਮਾਂ ਸੀ, ਉਹਨਾਂ ਨੇ ਮਾਤਰ 5-7 ਸਾਲਾਂ ਦੇ ਵਿੱਚ ਕ੍ਰਾਂਤੀਕਾਰੀ ਪਲਟਾ ਖਾਧਾ ਔਰ ਅਸੀਂ ਬਹੁ ਗਿਣਤੀ ਲੋਕ ਜਿਹੜੇ ਆਪਣੀਆਂ ਰਸਮਾਂ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨ। ਇਹੋ ਜਿਹਾ ਉਹਨਾਂ ਸਾਲਾਂ ਦੇ ਵਿੱਚ ਬੜਾ ਰਾਜ ਪਲਟਾ ਦੁਆਬੇ ਦੀ ਧਰਤੀ ਜਿੱਥੇ ਜ਼ੋਰ ਸੀ ਆਪਾਂ ਦੇਖਿਆ। ਸਤਿਕਾਰਯੋਗ ਸਾਥੀਓ, ਉਹ ਕਿਉਂ ਅਸੀਂ ਉੱਧਰ ਨੂੰ ਕਿਉਂ ਮੁੜੇ? ਹੁਣ ਸਵਾਲ ਪੈਦਾ ਹੁੰਦਾ, ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਨੇ ਏਦਾਂ ਕਿਉਂ ਕਿਹਾ? ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਇਹਦੇ ਵਿੱਚ 36 ਵੱਖ-ਵੱਖ ਮਹਾਪੁਰਸ਼ਾਂ ਦੀ, ਸਾਰੀਆਂ ਜਾਤੀਆਂ, ਸਾਰੇ ਧਰਮਾਂ ਦੇ ਜਿਹੜੇ ਉਹ ਮਹਾਪੁਰਸ਼ ਸ਼ਾਮਲ ਕੀਤੇ ਜਿਨ੍ਹਾਂ ਦੀ ਸੋਚ ਇੱਕ ਸੀ, ਜਿਨ੍ਹਾਂ ਦੀ ਵਿਚਾਰਧਾਰਾ ਇੱਕ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਹਿਬ ਕਾਸ਼ੀ ਰਾਮ ਜੀ ਨੇ ਆਪਣੇ ਕੇਡਰ ਕੈਂਪਾਂ 'ਚ ਸਾਨੂੰ ਸਮਝਾਇਆ, ਦੱਸਿਆ ਕਿ ਮਨੂ ਦੇ ਖਿਲਾਫ, ਗੰਗੂ ਦੇ ਖਿਲਾਫ ਜੇ ਕੋਈ ਵਿਚਾਰਧਾਰਾ ਭਾਰਤ ਦੀ ਧਰਤੀ ਤੇ ਬੁੱਧ ਕਾਲ ਤੋਂ ਬਾਅਦ ਪੈਦਾ ਹੋਈ ਤਾਂ ਉਹ ਸਿੱਖੀ ਦੀ ਵਿਚਾਰਧਾਰਾ ਸੀ। ਔਰ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਨੇ ਵੱਖ-ਵੱਖ ਮਹਾਪੁਰਸ਼ਾਂ ਦੇ ਜਿਹੜੇ ਦਿਨ ਦਿਹਾੜੇ ਆ, ਚਾਹੇ ਸਤਿਗੁਰੂ ਨਾਮਦੇਵ ਜੀ ਆ, ਚਾਹੇ ਸਤਿਗੁਰੂ ਸੈਣ ਜੀ ਆ, ਚਾਹੇ ਸਤਿਗੁਰੂ ਕਬੀਰ ਜੀ ਆ, ਚਾਹੇ ਸਤਿਗੁਰੂ ਰਵਿਦਾਸ ਜੀ ਆ, ਔਰ 1999 ਦੀ ਜਿਹੜੀ ਵਿਸਾਖੀ ਆ ਉਹ ਆਨੰਦਪੁਰ ਸਾਹਿਬ ਕਾਸ਼ੀ ਰਾਮ ਜੀ ਨੇ ਨੀਲੇ ਝੰਡੇ ਥੱਲੇ ਵੀ ਖਾਲਸਾ ਸਾਜਨਾ ਦਿਵਸ, ਖਾਲਸਾ ਪੰਥ ਸਾਜਨਾ ਦਿਵਸ ਤੇ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਜਨਮ ਦਿਨ ਹੈ ਔਰ ਉਹ ਆਨੰਦਪੁਰ ਸਾਹਿਬ ਵੀ ਕੀਤਾ, ਖਾਲਸੇ ਦੀ ਧਰਤੀ ਤੇ ਕੀਤਾ। ਤਾਂ ਅੱਜ ਜਿਹੜੀਆਂ ਉਹ ਟੁੱਟੀਆਂ ਹੋਈਆਂ ਲੜੀਆਂ ਸੀ ਉਹ ਵਿਚਾਰਧਾਰਕ ਲੜੀਆਂ ਆ। ਅੱਜ ਮੈਂ ਆਪਣੇ ਸਤਿਕਾਰਯੋਗ ਜਿਹੜੇ ਅੱਜ ਤੁਸੀਂ ਸੀਨੀਅਰ ਸਾਥੀ ਅੱਜ ਜੁੜੇ ਆ, 31 ਦਾ ਪ੍ਰੋਗਰਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰੇ, ਪੰਜਵੇਂ ਪਿਤਾ ਸਤਿਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ, ਉਸੇ ਬੈਨਰ ਥੱਲੇ ਆਪਾਂ ਜਿਹੜਾ ਪਲਾਨ ਕੀਤਾ ਆ, ਜਿਹੜਾ ਬੈਨਰ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਯੂਜ਼ ਕਰਦੇ ਹੁੰਦੇ ਸੀ ਕਿ ਅਸੀਂ ਕਿਤੇ ਭੁੱਲ ਨਾ ਜਾਈਏ ਮਹਾਪੁਰਸ਼ਾਂ ਦੀ ਕੁਰਬਾਨੀ ਨੂੰ। ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਿਤਾ, ਉਹਨਾਂ ਨੇ ਕਿਹੜਾ ਇਹੋ ਜਿਹਾ ਮਤਲਬ ਉਸ ਵੇਲੇ ਦੀ ਮੌਕੇ ਦੀ ਹਕੂਮਤ ਦੇ ਅੱਗੇ ਜਿਹੜਾ ਉਹਨਾਂ ਨੂੰ ਜੁਰਮ ਲੱਗਿਆ ਉਹ ਕਿਆ ਸੀ? ਉਹ ਪਤਾ ਨਹੀਂ ਕਿੱਦਾਂ ਦੇ ਬਹਾਨੇ ਸਾਨੂੰ ਪੜ੍ਹਾਏ ਗਏ। ਅਸੀਂ ਦੇਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸੰਪਾਦਨਾ ਹੋਈ, ਉਸ ਸੰਪਾਦਨਾ ਤੋਂ ਬਾਅਦ ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਪਿੱਛੇ ਕਿਹੜੇ ਕਾਰਨ ਸੀਗੇ? ਉਹਨਾਂ ਕਾਰਨਾਂ, ਕਿਆ ਉਹ ਕਾਰਨ ਅੱਜ ਵੀ ਜਿਉਂਦੇ ਨੇ? ਸਤਿਗੁਰੂ ਅਰਜਨ ਦੇਵ ਜੀ ਦੇ ਕਿਹੜੇ ਸੁਪਨੇ ਸੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਸੁਪਨੇ ਸੀ? ਕਿਆ ਉਹ ਸੁਪਨੇ ਅੱਜ ਵੀ ਜਿਉਂਦੇ ਆ? ਕਿਆ ਉਹ ਸੁਪਨੇ ਅੱਜ ਪੂਰੇ ਹੋ ਗਏ? ਕਿਆ ਉਹ ਸੁਪਨੇ ਅੱਜ ਅਧੂਰੇ ਆ? ਇਹਨਾਂ ਸਾਰੀਆਂ ਗੱਲਾਂ ਦੀ ਪੜਚੋਲ ਔਰ ਚਰਚਾ 31 ਮਈ ਨੂੰ ਅਸੀਂ ਵੱਖ-ਵੱਖ ਜਿਹੜੇ ਸਿੱਖ ਵਿਦਵਾਨ ਹੈ, ਜਿਹਦੇ ਵਿੱਚ ਖਾਸ ਤੌਰ ਤੇ ਜਿਹੜੀ ਉਸ ਦਿਨ ਸਨਮਾਨਯੋਗ ਸ਼ਖਸੀਅਤ ਸਾਡੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ, ਜਿਨ੍ਹਾਂ ਦੀ ਪਿਛਲੇ ਦਿਨੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਭਾਰੀ ਬੇਅਦਬੀ ਹੋਈ, ਉਹਨਾਂ ਦੇ ਪਰਿਵਾਰ ਨੇ ਪਾਰਟੀ ਨਾਲ ਸੰਪਰਕ ਕੀਤਾ ਕਿ ਧੰਨਵਾਦ ਕਿ ਤੁਸੀਂ ਸਾਡੇ ਪਰਿਵਾਰ ਦੇ ਲਈ ਇੰਨਾ ਸੋਚਿਆ। ਉਹ ਤਾਂ ਕਹਿੰਦੇ ਸੀ ਕਿ ਅਸੀਂ ਤਾਂ ਸਾਰੀ ਉਮਰ ਪਾਰਟੀ ਵੱਲ ਕਦੇ ਸੁਣਿਆ ਨਹੀਂ, ਸੋਚਿਆ ਨਹੀਂ, ਅਸੀਂ ਤਾਂ ਅਕਾਲੀ ਰਹੇ, ਪਰ ਸਾਨੂੰ ਅੱਜ ਪਤਾ ਲੱਗਿਆ ਕਿ ਸਾਨੂੰ ਮੰਨਿਆ ਨਹੀਂ ਗਿਆ। ਅਸੀਂ ਉਹਨਾਂ ਦੇ ਜਿਹੜੇ ਸਕੇ ਭਰਾ ਆ ਉਹ ਯੂਕੇ 'ਚ ਰਹਿੰਦੇ ਆ, ਅੱਜ ਕੱਲ੍ਹ ਅਮਰੀਕਾ ਦੇ ਵਿੱਚ ਲੋਕਡਾਊਨ ਕਰਕੇ ਫਸੇ ਹੋਏ ਆ, ਫਲਾਈਟਾਂ ਦੀ ਬੰਦ ਹੋਣ ਕਰਕੇ ਉਹਨਾਂ ਨੂੰ
एक नंबर ते बुलाया कि तुसीं आउणा, शब्द कीर्तन भी तुहाडा सुनना, एक शब्द कीर्तन भी सुनना और तुहाडे विचार भी सुनने। और दूसरे प्रोफैसर बलजिंदर पाल जी जलंधर शहर तो ने, और सिख भाईचारे ते ने। तुसीं उन्हां दीआं सोशल मीडिया ते देखदे रहिंदे हो, ਵੱਖ-ਵੱਖ ਸਮਿਆਂ ਦੇ ਉੱਤੇ पोस्टां ਜਦੋਂ भी पाउंदे आ। बहुजन समाज ਦੇ ਵਿੱਚ ਸਿੱਖ ਦੀ ਭਾਰੀ ਸ਼ਮੂਲੀਅਤ ਦਾ ਉਹ ਅਲੰਬਰਦਾਰ ਜਿਹੜਾ ਵੱਖ-ਵੱਖ ਉਹਨਾਂ ਦੇ ਬਹੁਤ ਸਿੱਖ ਭਾਈਚਾਰਾ ਉਹਨਾਂ ਨੂੰ ਪੜ੍ਹਦਾ ਆ, ਸੁਣਦਾ ਆ, ਔਰ ਘੱਟੋ ਘੱਟ 8-10 ਕਿਤਾਬਾਂ ਦੇ ਉਹ ਲਿਖਾਰੀ ਆ। ਤੀਸਰੇ ਕੇਂਦਰੀ ਸਿੰਘ ਸਭਾ ਚੰਡੀਗੜ੍ਹ, ਕੇਂਦਰੀ ਸਿੰਘ ਸਭਾ ਚੰਡੀਗੜ੍ਹ ਜਿਹੜੇ ਗਿਆਨੀ ਦਿੱਤ ਸਿੰਘ ਸਭਾ ਉੱਥੇ, ਔਰ ਗਿਆਨੀ ਦਿੱਤ ਸਿੰਘ ਦੇ ਨਾਂ ਤੇ ਬੜਾ ਕੁਛ ਉਹਨਾਂ ਨੇ ਚਲਾਏ ਆ। ਔਰ ਇਹ ਸਾਰੇ ਸਾਥੀ ਜਿਹੜੇ ਨੇ, ਇਹ ਦੋਨੋਂ ਸਾਥੀ ਅਪਰ ਕਾਸਟ ਭਾਈਚਾਰੇ ਚੋਂ ਆਉਂਦੇ ਨੇ, ਅਪਰ ਕਾਸਟ ਭਾਈਚਾਰੇ ਚੋਂ ਆਉਂਦੇ ਨੇ। ਲੇਕਿਨ ਇਹਨਾਂ ਦੇ ਹਿੱਤ ਜਿਹੜੇ ਆ, ਇਹਨਾਂ ਦੇ ਸ਼ਬਦ, ਇਹਨਾਂ ਦੀ ਸੋਚ ਇਹ ਆ ਕਿ ਪੰਜਾਬ ਦੀ ਧਰਤੀ ਤੇ ਸ਼ਡਿਊਲ ਕਾਸਟ ਔਰ ਸਿੱਖ ਦਾ ਆਪਸ ਦੇ ਵਿੱਚ ਮਿਲ ਜੁਲ ਹੋ ਕੇ ਬਹੁਜਨ ਸਮਾਜ ਬਣਨਾ ਚਾਹੀਦਾ। ਸਤਿਕਾਰਯੋਗ ਸਾਥੀਓ, ਮੈਨੂੰ ਤੁਹਾਡੇ ਤੇ ਪੂਰਨ ਭਰੋਸਾ, ਅੱਜ ਤੁਸੀਂ ਜੁੜੇ ਆ, ਤੁਹਾਨੂੰ ਜੋੜਨ ਦਾ ਸਾਡਾ ਲਕਸ਼ ਹੈ 31 ਮਈ ਦਾ ਪ੍ਰੋਗਰਾਮ। ਸਤਿਕਾਰਯੋਗ ਸਾਥੀਓ, 31 ਮਈ ਦੇ ਪ੍ਰੋਗਰਾਮ ਦੇ ਲਈ ਅਸੀਂ परसों रात कनेडा की मीटिंग ली सी। कनेडा की रात को 2 बजे मीटिंग, इंडिया के 9 बजे 2 बजे रात की मीटिंग खत्म हुई है। साथी कुलदीप जी विच हाजिर है, भैन जी कमलेश कौर जी हाजिर है, बहुत सारे साथी होर भी होणगे। असीं इन्हां नूं कहा कि 1000 सिख भाईचारा जिहड़ा कनेडा की धरती ते बैठा, उन्हां तक मैसेज पुजना चाहिए। वड्डे जिन्ने गुरु घर ने, सिंह सभा गुरु घर कमेटियां ने, उन्हां सारियां कमेटियां तक पहुंच करके फोन के माध्यम तो, मेल के माध्यम तो, उन्हां तो ईमेल के नंबर आ जिहड़ा पोस्टर जिहड़ा प्रोग्राम का 31 तरीक की जूम ID जिहड़ी आ वो हर सिख तक पुजनी चाहिए। इसी तरह से USA के साथियों को भी बेनती की। साथी साडे विच श्री अमर दरोज जी और साथी होस्ट कर रहे मीटिंग श्री हरजिंदर जी खोथड़ा इंजीनियर साहब, और तुसी बहुत सारे साथी जिन्हां नूं मैं देख नहीं पा रहा, इन्हां नूं भी यही अपील की कि USA च भी तुसी कोशिश करनी है कि 1000 सिख भाईचारे तक पहुंच करनी। अपनी जिन्नी टीम परम पूज्य बाबा साहब अंबेडकर का नाम लैंदी आ, तथागत गौतम बुद्ध का नाम लैंदी आ, जिहड़ी नीले झंडे का नाम लैंदी आ, जिहड़ी साहब काशी राम जी का नाम लैंदी आ, हाथी का नाम लैंदी आ। इसी तरह यूरोप तो साथी फ्रांस तो जुड़े, जर्मन तो जुड़े आ। इन्हां नूं भी पूरे यूरोप का जिहड़ा टीचा आ, जर्मनी तो रवि चौहान साहब जुड़े आ, और भैन जी अमनदीप कौर जी, डॉक्टर साहब, और तुसीं बहुत सारे साथी जिन्हां दे मैं नाम लै सकदा। ਤੁਸੀਂ ਸਾਰਿਆਂ ਨੇ ਯੂਰਪ 'ਚ ਵੀ ਕੋਸ਼ਿਸ਼ ਕਰਨੀ 1000 ਸਿੱਖ ਭਾਈਚਾਰਾ ਵੱਖ-ਵੱਖ ਕੰਟਰੀਆਂ ਦਾ। 1000 ਨੂੰ ਤੁਸੀਂ ਕਿੰਨਾ ਡਬਲ ਕਰ ਸਕਦੇ ਆ? ਜੇ ਮੈਂ ਗੱਲ ਕਰਾਂ, UK ਚੋਂ ਹੀ 1000 ਕੱਢਿਆ ਜਾ ਸਕਦਾ, ਜਰਮਨੀ ਚੋਂ ਹੀ 1000 ਕੱਢਿਆ ਜਾ ਸਕਦਾ, ਫਰਾਂਸ ਚੋਂ ਹੀ 1000 ਕੱਢਿਆ ਜਾ ਸਕਦਾ। ਪਰਮਿੰਦਰ ਜੀ ਬੈਠੇ ਆ ਪੈਰਿਸ ਤੋਂ, ਸ਼੍ਰੀ ਗੁਰੂ ਅਰਦਾਸ ਸਭਾ ਤੋਂ, ਹੋਰ ਵੀ ਸਾਥੀ ਹੋਣਗੇ। ਸਿੱਖ ਭਾਈਚਾਰਿਆਂ ਦੇ ਘਰਾਂ 'ਚ ਔਰ ਗੁਰੂ ਘਰ, 5 ਗੁਰੂ ਘਰਾਂ ਦੀ ਮੀਟਿੰਗ ਜਦੋਂ ਮੈਂ ਫਰਾਂਸ ਯਾਤਰਾ ਤੇ ਆਇਆ ਸੀ, ਤੁਹਾਡੇ ਆਸ਼ੀਰਵਾਦ, ਤੁਹਾਡੀ ਕਿਰਪਾ, ਤੁਹਾਡੀ ਗਵਾਹੀ ਦੇ ਨਾਲ ਤੁਸੀਂ ਮੈਨੂੰ ਉਸ ਮੀਟਿੰਗ 'ਚ ਲੈ ਕੇ ਗਏ ਸੀ ਉਸ ਗੁਰੂ ਘਰ। और सिख भाईचारे के ਵੱਖ-ਵੱਖ साथियों ने अपने घर भी मैनू लैके गए सी। तुसीं परमिंदर भाजी नाल सीगे उदों, और उन्हां सारियां नूं अपील करनी, बेनती करनी, आने वाले 5 दिन, आने वाले 5 दिन 31 मई की 8:30 बजे तक मैसेज लगना चाहिए। हर तरह का सोशल मीडिया, हर तरह की WhatsApp, हर तरह की ट्विटर, हर तरह का जूम, हर तरह की टिकटॉक, जिथे भी तुहाडा लिंक है, डेली सवेरे मैसेज लग, दोपहर का अलग, शाम का अलग, सवेर का अलग, दोपहर का अलग, शाम का अलग, नेरी आनी चाहिए। और इसे तरह पंजाब के साथी ਵੱਖ-ਵੱਖ बामसेफ के जुड़े, मास्टर लक्ष्मण नबीपुर जी, तुसीं बहुत सारे साथी जिन्हां दे मैं नाम ले सकदा हां। तुसीं सारे साथी इमीडिएट तुरंत इस प्रोग्राम की बहुत वड्डे पद्धर ते एडवरटाइजमेंट दे लई, जिद्दां तथागत गौतम बुद्ध का प्रोग्राम कीता सी, असीं बहुत ज़्यादा एडवरटाइजमेंट नहीं सी कीती, इस क्योंकि वो फस्ट एक्सपैरीमेंट से असीं देखिया सी, वो एक्सपैरीमेंट बड़ा कामयाब होया। 4-5 हज़ार लोग जिहड़े उस दिन साडे नाल प्रोग्राम च जुड़े सी। जिहड़ा चाइना तो भी कोई जुड़ सकदा बुद्ध दे प्रोग्राम। हरजिंदर जी बैठे आ, ये तुहानूं डाटा कढ के देणगे, चाइना तो भी लोग जुड़े। मतलब टैक्नोलॉजी नूं वरतना सीखीए, और उदण दा टारगेट अपना बहुत वड्डा आपां बनाया होया है, वो तुहाडे सहयोग तो बगैर वो पूरा नहीं हो सकदा। खास तौर ते जिहड़े पंजाब दे मेरे बहुजन समाज के, बामसेफ के, BVF के जिन्ने नौजवान साथी आ, जिद्दां श्री हरजिंदर सिंह जी तलवाड़े वाले भाजी विच आए सी, विच मैं नाम सुनिया सी उन्हां दा। तुसीं सारे साथी एकदम तुरंत भी असीं अपने समाज नूं तां इस प्रोग्राम च जोड़ना ही जोड़ना आ। असीं वध तों वध जे पंजाबी वीर
10-10 20-20 ਸਾਥੀਆਂ ਨੂੰ ਵੀ ਮੈਸੇਜ ਲਾ ਕੇ ਜ਼ੂਮ ਐਪ ਡਾਊਨਲੋਡ ਕਰਾ ਕੇ ਜੋੜਨਾ ਸ਼ੁਰੂ ਕਰੋਗੇ, ਇੱਕ ਬਹੁਤ ਵੱਡੀ ਤਾਕਤ, ਇੱਕ ਬਹੁਤ ਵੱਡਾ ਮੈਸੇਜ ਤੁਹਾਡਾ 31 ਮਈ ਨੂੰ ਜਾਏਗਾ। ਔਰ ਉਹ ਮੈਸੇਜ ਜਿਹੜਾ ਹੈਗਾ ਜ਼ਮੀਨੀ, ਜਦੋਂ ਜ਼ਮੀਨ ਦੇ ਉੱਤੇ ਉਤਰਨਾ, ਤੁਹਾਡੀ ਪਾਰਟੀ ਦੀਆਂ, ਤੁਹਾਡੇ ਅੰਦੋਲਨ ਦੀਆਂ, ਤੁਹਾਡੀ ਵਿਚਾਰਧਾਰਾ ਦੀਆਂ, ਜੇ ਸਮਾਜ ਵਿੱਚ ਡਿਸਕਸ਼ਨ ਸ਼ੁਰੂ ਹੋ ਗਈ ਵੀ ਦੇਖੋ ਉਹਨਾਂ ਨੇ ਕੀਤਾ ਪ੍ਰੋਗਰਾਮ, ਵੀ ਦੇਖੋ ਉਹਨਾਂ ਨੇ ਕੀਤਾ ਵੀ ਦੇਖੋ ਭਾਈਚਾਰਾ ਬਣਾ ਰਹੇ, ਜੇ ਪੰਜਾਬ ਦੀ ਧਰਤੀ ਤੇ ਡਿਸਕਸ਼ਨ ਸ਼ੁਰੂ ਹੋ ਗਈ, ਔਰ ਇਹ ਡਿਸਕਸ਼ਨ ਜਦੋਂ ਤੱਕ ਸ਼ੁਰੂ ਨਹੀਂ ਹੁੰਦੀ, ਅਸੀਂ ਬਾਰ-ਬਾਰ ਇਦਾਂ ਦੇ ਪ੍ਰੋਗਰਾਮ, ਜਦੋਂ ਤੱਕ ਲੋਕਡਾਊਨ ਚੱਲਦਾ ਇਦਾਂ, ਔਰ ਜਦੋਂ ਲੋਕਡਾਊਨ ਟੁੱਟਿਆ ਅਸੀਂ ਜ਼ਮੀਨੀ ਪੱਧਰ ਤੇ ਵੀ ਉਤਰ ਕੇ ਇਹ ਪ੍ਰੋਗਰਾਮ ਕਰਾਂਗੇ। ਔਰ ਭੈਣ ਕੁਮਾਰੀ ਮਾਇਆਵਤੀ ਜੀ, ਦੇਸ਼ ਦੇ ਰਾਸ਼ਟਰੀ ਪ੍ਰਧਾਨ, ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ, ਉਹ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਆ, ਸਿੱਖ ਭਾਈਚਾਰੇ ਨੂੰ ਕਿੰਨਾ ਪਿਆਰ ਕਰਦੇ ਆ। ਜਦੋਂ ਉਹਨਾਂ ਦੀ ਸਰਕਾਰ 2007 ਵਿੱਚ ਬਣੀ, ਫੁੱਲ ਮੈਜੋਰਟੀ ਬਣੀ, ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਅੰਮ੍ਰਿਤਧਾਰੀ ਸਿੱਖ ਭੇਜ ਦਿੱਤਾ ਸੀ, ਮਾਨਯੋਗ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ। ਔਰ ਘਰ ਬੈਠਿਆਂ ਨੂੰ 6 ਸਾਲ ਪੰਜਾਬ ਨੂੰ ਇੱਕ ਮਾਣ, ਇੱਕ ਸਿੱਖ ਭਾਈਚਾਰੇ ਨੂੰ ਐਡਾ ਵੱਡਾ ਮਾਣ। ਔਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਮਤਲਬ ਪਾਰਟੀ ਹਰ ਤਰ੍ਹਾਂ ਦੇ ਨਾਲ ਗੁਰੂਆਂ ਦੀ ਵਿਚਾਰਧਾਰਾ ਜਿੰਦੇ ਕਰਨੀ ਚਾਹੁੰਦੀ ਆ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ, ਉਹਨਾਂ ਦੀ ਵਿਚਾਰਧਾਰਾ ਜਿਹੜੀ ਗੰਗੂ ਦੇ ਚਰਨਾਂ ਵਿੱਚ ਇਹਨਾਂ ਪਾਰਟੀਆਂ ਨੇ ਰੱਖ ਦਿੱਤੀ, ਮਨੂ ਦੇ ਚਰਨਾਂ ਵਿੱਚ ਰੱਖ ਦਿੱਤੀ, ਉਸ ਵਿਚਾਰਧਾਰਾ ਨੂੰ ਪੰਜਾਬ ਦੀ ਧਰਤੀ ਤੇ ਅਸੀਂ ਆਜ਼ਾਦ ਕਰਾਉਣ ਦਾ ਅਹਿਦ ਲੈ ਕੇ ਨਿਕਲੇ ਆ। ਇਹ ਅਹਿਦ ਸਾਨੂੰ ਪ੍ਰੇਰਣਾ ਕਿਨ ਦਿੱਤੀ? ਮਾਨਯਵਰ ਸਾਹਿਬ ਕਾਸ਼ੀ ਰਾਮ। ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦਾ ਅੰਦੋਲਨ ਜੇ ਅਸੀਂ ਚਾਹੁੰਦੇ ਹਾਂ ਮਜ਼ਬੂਤ ਕਰਨਾ, ਤਾਂ ਸਾਨੂੰ ਗੁਰੂਆਂ ਔਰ ਮਹਾਪੁਰਸ਼ਾਂ ਦੀ ਵਿਚਾਰਧਾਰਾ ਗੰਗੂ ਔਰ ਮਨੂ ਦੇ ਚੰਗਲ ਚੋਂ ਆਜ਼ਾਦ ਕਰਨੀ ਪਏਗੀ। ਇਹ ਜਿਹੜੇ ਪ੍ਰੋਗਰਾਮ ਨੇ, ਇਹਨਾਂ ਵਿਚਾਰਧਾਰਾਵਾਂ ਨੂੰ, ਮਹਾਪੁਰਸ਼ਾਂ ਦੀ ਵਿਚਾਰਧਾਰਾਵਾਂ ਨੂੰ ਗੰਗੂ ਔਰ ਮਨੂ ਦੇ ਚੁੰਗਲ ਚੋਂ ਆਜ਼ਾਦ ਕਰਾਉਣ ਦੀਆਂ ਕੋਸ਼ਿਸ਼ਾਂ ਨੇ। ਤੁਸੀਂ ਸਾਰੇ ਸਾਥੀ ਇਸ ਕੰਮ ਦੇ ਵਿੱਚ ਸਾਥ ਦਿਓਗੇ, ਇਹੋ ਜਿਹਾ ਮੈਨੂੰ ਤੁਹਾਡੇ ਤੇ ਪੂਰਨ ਭਰੋਸਾ ਹੈ। ਔਰ ਮੈਂ ਤੁਹਾਡੇ ਅੱਗੇ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ, ਵੀਰੋ ਸਾਨੂੰ ਤੁਹਾਡੇ ਆਸ਼ੀਰਵਾਦ ਦੀ ਜ਼ਰੂਰਤ ਹੈ, ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ। ਤੁਹਾਡੇ ਸਾਥ ਤੋਂ ਬਗੈਰ ਇਹ ਮੂਵਮੈਂਟ ਮੰਜ਼ਿਲ ਤੇ ਨਹੀਂ ਲੱਗ ਸਕਦੀ।